ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਸ਼ਿਵਨਾਭ ਨੂੰ ਧਰਮਸ਼ਾਲਾ ਤਿਆਰ ਕਰਨ ਵਾਸਤੇ ਆਖਿਆ ਸੀ ਤਾਂ ਰਾਜਾ ਸ਼ਿਵਨਾਭ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਇੱਕ ਬੜੀ ਸੁੰਦਰ ਧਰਮਸ਼ਾਲਾ ਬਣਵਾਈ, ਜਿਸ ਦੇ ਦਰਵਾਜ਼ੇ ਬਹੁਤ ਸੁੰਦਰ ਚਿੱਤਰਕਾਰੀ ਕਰਵਾਏ, ਫਰਸ਼ ਉੱਤੇ ਸੁੰਦਰ ਗਲੀਚੇ ਤੇ ਚਾਦਰੇ ਵਿਛਵਾਏ ਅਤੇ ਉਹਨਾਂ ਉੱਤੇ ਗੁਲਾਬ, ਅਤਰ ਆਦਿਕ ਸੁਗੰਧੀਆਂ ਛਿੜਕ ਕੇ ਬਹੁਤ ਸਜਾਇਆ ਤੇ ਸ਼ੋਭਨੀਕ ਕੀਤਾ। ਉਸ ਵਿੱਚ ਇੱਕ ਸੁੰਦਰ ਕੀਮਤੀ ਪਲੰਘ ਉੱਪਰ ਬਹੁਮੁੱਲੇ ਵਿਛਾਣੇ ਵਿਛਵਾਏ। ਇਸ ਤਰ੍ਹਾਂ ਸਭ ਤਿਆਰੀ ਕਰਕੇ ਬਾਗ ਵਿੱਚ ਗੁਰੂ ਜੀ ਨੂੰ ਆਪ ਲੈਣ ਗਿਆ, ਪਰ ਰਾਜਾ ਇਹ ਵੇਖ ਕੇ ਹੈਰਾਨ ਹੋਇਆ ਕਿ ਗੁਰੂ ਜੀ ਉੱਥੇ ਉਸ ਨੂੰ ਕਿਤੇ ਵੀ ਨਜ਼ਰ ਨਾ ਆਏ। ਇੱਧਰ ਉੱਧਰ ਵੇਖ ਕੇ ਰਾਜਾ ਵਿਆਕੁਲ ਹੋ ਗਿਆ ਕਿ ਗੁਰੂ ਜੀ ਕਿੱਥੇ ਚਲੇ ਗਏ ਹਨ। ਅੰਤ ਇਸ ਵਿਆਕੁਲਤਾ ਵਿੱਚ ਹੀ ਰਾਜਾ ਬੇਸੁੱਧ ਹੋ ਕੇ ਧਰਤੀ ਉੱਤੇ ਡਿੱਗ ਪਿਆ। ਨੌਕਰਾਂ ਨੇ ਦੱਬ ਘੁੱਟ ਕੇ ਜਦ ਹੋਸ਼ ਵਿੱਚ ਲਿਆਂਦਾ ਤਾਂ ਉਸਨੇ ਵੇਖਿਆ ਕਿ ਗੁਰੂ ਜੀ ਉਸ ਦੇ ਸਾਹਮਣੇ ਬੈਠੇ ਹੋਏ ਹਨ। ਵੇਖ ਕੇ ਰਾਜਾ ਬੜਾ ਪ੍ਰਸੰਨ ਹੋਇਆ। ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਢਹਿ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਆਪ ਜੀ ਦੀ ਆਗਿਆ ਅਨੁਸਾਰ ਧਰਮਸ਼ਾਲਾ ਤਿਆਰ ਹੈ, ਚੱਲ ਕੇ ਚਰਨ ਪਾ ਕੇ ਪਵਿੱਤਰ ਕਰੋ। ਗੁਰੂ ਜੀ ਨੂੰ ਪਲੰਘ ਉੱਤੇ ਬਿਰਾਜਮਾਨ ਕਰਾ ਕੇ ਜਲ ਪਾਣੀ ਦੀ ਸੇਵਾ ਕਰਕੇ ਬੇਨਤੀ ਕੀਤੀ ਕਿ ਦਾਸ ਨੂੰ ਐਸਾ ਉਪਦੇਸ਼ ਬਖਸ਼ੋ ਜਿਸ ਨਾਲ ਦਾਸ ਦੇ ਦੁੱਖ ਕਲੇਸ਼ ਦੂਰ ਹੋ ਜਾਣ। ਗੁਰੂ ਜੀ ਨੇ ਫਰਮਾਇਆ ਕਿ ਸੰਸਾਰ ਦੇ ਦੁੱਖ ਕਲੇਸ਼ ਮਨ ਨੂੰ ਵਸ ਕਰਕੇ ਨਿਰਮਲ ਕਰਨ ਨਾਲ ਦੂਰ ਹੁੰਦੇ ਹਨ ਅਤੇ ਮਨ ਨੂੰ ਵਸ ਕਰਨ ਦੇ ਦੋ ਰਾਸਤੇ ਹਨ। ਦੋਹਾਂ ਵਿੱਚੋਂ ਜਿਹੜਾ ਸੁਖਾਲਾ ਲੱਗੇ ਉਹ ਕਰੋ। ਇੱਕ ਹੱਠ ਯੋਗ ਹੈ, ਦੂਜਾ ਭਗਤ ਯੋਗ ਹੈ। ਉਹਨਾਂ ਵਿੱਚੋਂ ਕੁਝ ਜਿਹੜੀਆਂ ਸਿੱਖਿਆਵਾਂ ਗੁਰੂ ਜੀ ਨੇ ਰਾਜੇ ਸ਼ਿਵਨਾਭ ਨੂੰ ਦਿੱਤੀਆਂ ਉਹ ਇਸ ਪ੍ਰਕਾਰ ਹਨ ਕਿ ਮਨ, ਬਚਨ ਅਤੇ ਸਰੀਰ ਕਰਕੇ ਕਿਸੇ ਦਾ ਬੁਰਾ ਨਾ ਚਿਤਵਨਾ। ਮਨ ਦੀ ਹਿੰਸਾ ਕਿਸੇ ਦਾ ਬੁਰਾ ਚਿਤਵਨਾ ਹੈ, ਬਚਨਾਂ ਦੀ ਹਿੰਸਾ ਫਿੱਕਾ ਕੌੜਾ ਬੋਲਣਾ ਹੈ, ਸਰੀਰ ਦੀ ਹਿੰਸਾ ਸਰੀਰ ਦੇ ਅੰਗਾਂ ਨਾਲ ਕਿਸੇ ਨੂੰ ਮਾਰਨਾ ਹੈ। ਸੱਚ ਬੋਲਣਾ, ਝੂਠ ਕਿਸੇ ਤਰ੍ਹਾਂ ਵੀ ਨਾ ਬੋਲੋ। ਚੋਰੀ ਦਾ ਤਿਆਗ, ਇਹ ਦੋ ਪ੍ਰਕਾਰ ਦੀ ਹੈ, ਮਨ ਅਤੇ ਤਨ ਦੀ। ਕਿਸੇ ਦੀ ਚੀਜ਼ ਚੁਰਾ ਕੇ ਲੁਕਾ ਲੈਣੀ, ਇਹ ਤਨ ਦੀ ਚੋਰੀ ਹੈ। ਪਾਪ ਕਰਕੇ ਉਸ ਨੂੰ ਛੁਪਾ ਰੱਖਣਾ, ਇਹ ਮਨ ਦੀ ਚੋਰੀ ਹੈ। ਕਾਮ ਨੂੰ ਜਿੱਤਣਾ ਹੈ, ਇਸਤਰੀ ਦੀਆਂ ਗੱਲਾਂ ਨਹੀਂ ਕਰਨੀਆਂ, ਇਸਤਰੀ ਦੀਆਂ ਗੱਲਾਂ ਨਹੀਂ ਸੁਣਨੀਆਂ। ਇਸਤਰੀ ਪਾਸ ਇਕੱਲੇ ਨਹੀਂ ਬੈਠਣਾ, ਇਸਤਰੀ ਨਾਲ ਸਰੀਰ ਦੇ ਅੰਗ ਨਹੀਂ ਛੁਹਾਣੇ, ਇਸਤਰੀ ਨੂੰ ਪ੍ਰੇਮ ਨਾਲ ਨਹੀਂ ਦੇਖਣਾ, ਇਸਤਰੀ ਨੂੰ ਜੱਫੀ ਨਹੀਂ ਪਾਉਣੀ, ਇਸਤਰੀ ਨੂੰ ਮਨ ਵਿੱਚ ਨਹੀਂ ਚਿਤਵਣਾ, ਇਸਤਰੀ ਨਾਲ ਭੋਗ ਨਹੀਂ ਕਰਨਾ। ਜਿਹੜਾ ਇਹਨਾਂ 8 ਕਰਮਾਂ ਤੋਂ ਬਚਿਆ ਰਹੇ ਉਹ ਬ੍ਰਹਮਚਰਜ ਦਾ ਧਾਰਨੀ ਹੁੰਦਾ ਹੈ। ਦੁੱਖ ਸੁੱਖ ਵਿੱਚ ਅਧੀਰਜ ਨਾ ਹੋਣਾ, ਕਿਸੇ ਔਕੜ ਸਮੇਂ ਵੀ ਮਨ ਨੂੰ ਡੋਲਣ ਨਾ ਦੇਣਾ, ਮਨ ਵਿੱਚ ਕਦੇ ਵੀ ਕ੍ਰੋਧ ਨਾ ਕਰਨਾ, ਭਾਵ ਕੋਈ ਕਿਤਨਾ ਵੀ ਬੁਰਾ ਭਲਾ ਕਿਉਂ ਨਾ ਕਹੇ। ਦਇਆ ਕਰਨੀ ਹੈ, ਜਿਸ ਕਿਸੇ ਨੂੰ ਦੁਖੀ ਵੇਖੋ ਉਸ ਦਾ ਦੁੱਖ ਵੰਡਾਵੋ। ਕੋਮਲ ਹਿਰਦਾ ਰੱਖਣਾ ਹੈ, ਸਭ ਨਾਲ ਹਿੱਤ ਦੇ ਭਲੇ ਦੇ ਬਚਨ ਕਰਨੇ ਹਨ। ਖਾਣ ਪੀਣ ਦੀ ਮਰਿਆਦਾ ਰੱਖਣੀ ਹੈ, ਮਾੜਾ ਚੰਗਾ ਵਿਚਾਰ ਕੇ ਜਿਤਨੀ ਭੁੱਖ ਹੋਵੇ ਉਸ ਤੋਂ ਕੁਝ ਥੋੜਾ ਹੀ ਖਾਵੋ। ਪਵਿੱਤਰਤਾ ਰੱਖਣੀ ਹੈ, ਜਲ ਅਥਵਾ ਮਿੱਟੀ ਨਾਲ ਸਰੀਰ ਸਾਫ਼ ਕਰਨਾ ਹੈ। ਰਜਾ ਭਾਣੇ ਵਿੱਚ ਰਾਜੀ ਰਹਿਣਾ ਤੇ ਗੁਰੂ ਬਚਨਾਂ ਤੇ ਸ਼ਰਧਾ ਧਾਰ ਰੱਖਣੀ। ਗੁਰੂ ਨਾਨਕ ਦੇਵ ਜੀ ਤੋਂ ਇਹ ਉਪਦੇਸ਼ ਸੁਣ ਕੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੀਮਤੀ ਉਪਦੇਸ਼ ਸੁਣ ਕੇ ਰਾਜੇ ਸ਼ਿਵਨਾਭ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਭਗਤੀ ਯੋਗ ਧਾਰਨ ਵਾਸਤੇ ਆਪਣੀ ਇੱਛਾ ਪ੍ਰਗਟ ਕੀਤੀ। ਗੁਰੂ ਜੀ ਦੇ ਪਵਿੱਤਰ ਬਚਨ ਸੁਣ ਕੇ ਰਾਜਾ ਗੁਰੂ ਜੀ ਦੀ ਚਰਨ ਪੌਲ ਲੈ ਕੇ ਸਿੱਖ ਹੋ ਗਿਆ ਅਤੇ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਸਦਾ ਇੱਥੇ ਹੀ ਨਿਵਾਸ ਰੱਖੋ। ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਧਰਮਸ਼ਾਲਾ ਵਿੱਚ ਡੇਰਾ ਕਰ ਲਿਆ। ਆਪ ਜੀ ਦੇ ਪਵਿੱਤਰ ਉਪਦੇਸ਼ ਸੁਣ ਕੇ ਸੰਗਲਾਦੀਪ ਦੇ ਬੇਅੰਤ ਲੋਕਾਂ ਨੇ ਆਪ ਜੀ ਦੀ ਸਿੱਖੀ ਧਾਰਨ ਕਰ ਲਈ। ਇੱਥੇ ਠਹਿਰ ਕੇ ਗੁਰੂ ਜੀ ਨੇ ਰਾਜੇ ਨੂੰ ਯੋਗ ਦੇਣ ਵਾਸਤੇ ਪ੍ਰਾਣ ਸੰਗਲੀ ਗ੍ਰੰਥ ਰਚਿਆ। ਇਸ ਦੇ 113 ਅਧਿਆਏ ਹਨ, ਜਿਨ੍ਹਾਂ ਵਿੱਚ ਯੋਗ ਸੰਬੰਧੀ ਵਿਸਥਾਰ ਪੂਰਵਕ ਕਥਨ ਕੀਤਾ ਹੋਇਆ ਹੈ। ਗੁਰੂ ਜੀ ਰੋਜ਼ ਹੀ ਸਤਨਾਮ ਦਾ ਕੀਰਤਨ ਕਰਦੇ ਸਨ, ਜਿਸ ਨੂੰ ਸੁਣਨ ਵਾਸਤੇ ਬਹੁਤ ਲੋਕ ਆਉਂਦੇ ਸਨ। ਗੁਰੂ ਜੀ ਵੱਲੋਂ ਇੱਕ ਵੱਡਾ ਭਾਰੀ ਲੰਗਰ ਹੁੰਦਾ ਸੀ, ਜਿਸ ਵਿੱਚ ਇੱਕ ਮਣ ਅਰਥਾਤ ਇੱਕ ਸੇਰ ਲੂਣ ਹਰ ਰੋਜ਼ ਵਰਤਿਆ ਜਾਂਦਾ ਸੀ। ਬਹੁਤ ਸਮਾਂ ਇੱਥੇ ਸਤਨਾਮ ਦਾ ਪ੍ਰਚਾਰ ਕਰਕੇ ਗੁਰੂ ਜੀ ਨੇ ਰਾਜੇ ਨੂੰ ਮੰਜੀ ਬਖਸ਼ੀ, ਅਰਥਾਤ ਉੱਥੋਂ ਦੀ ਸੰਗਤ ਦਾ ਪੂਜਿਆ ਕਰ ਦਿੱਤਾ ਅਤੇ ਆਪ ਚੱਲਣ ਦੀ ਤਿਆਰੀ ਕਰ ਲਈ। ਇੱਥੋਂ ਚੱਲ ਕੇ ਗੁਰੂ ਜੀ ਦੇ ਨਾਲ ਭਾਈ ਬਾਲਾ ਤੇ ਮਰਦਾਨਾ ਦੋਵੇਂ ਤਿਰਿਆ ਰਾਜ ਵਿੱਚ
ਜਿੱਥੇ ਇੱਕ ਇਸਤਰੀ ਰਾਜ ਕਰਦੀ ਸੀ ਪਹੁੰਚ ਗਏ। ਰਾਸਤੇ ਵਿੱਚ ਮਰਦਾਨੇ ਨੇ ਆਖਿਆ, ਗੁਰੂ ਜੀ ਮੈਨੂੰ ਪਿਆਸ ਨੇ ਬਹੁਤ ਵਿਆਕੁਲ ਕੀਤਾ ਹੈ, ਮੈਂ ਨਗਰ ਵਿੱਚੋਂ ਪਾਣੀ ਪੀ ਆਵਾਂ। ਜਦ ਮਰਦਾਨਾ ਇੱਕ ਘਰ ਤੋਂ ਪਾਣੀ ਪੀਣ ਗਿਆ ਤਾਂ ਉਸ ਦੀ ਘਰ ਦੀ ਇੱਕ ਇਸਤਰੀ ਨੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ, ਕਿਸ ਕੰਮ ਇੱਥੇ ਆਏ ਹੋ? ਮਰਦਾਨੇ ਨੇ ਕਿਹਾ, ਮੇਰਾ ਨਾਮ ਮਰਦਾਨਾ ਹੈ, ਪੰਜਾਬ ਦੇਸ਼ ਹੈ ਅਤੇ ਸੈਰ ਕਰਨ ਇੱਧਰ ਆਏ ਹਾਂ। ਮਰਦਾਨੇ ਦੀ ਇਹ ਗੱਲ ਸੁਣ ਕੇ ਉਸ ਇਸਤਰੀ ਨੇ ਪਾਣੀ ਪਿਆਉਣ ਦੇ ਬਹਾਨੇ ਮਰਦਾਨੇ ਦੇ ਗਲ ਵਿੱਚ ਇੱਕ ਧਾਗਾ ਬੰਨ੍ਹ ਦਿੱਤਾ। ਧਾਗਾ ਬੰਨ੍ਹਣ ਨਾਲ ਮਰਦਾਨਾ ਭੇਡੂ ਬਣ ਗਿਆ ਸੀ ਤੇ ਉਸ ਇਸਤਰੀ ਨੇ ਇਸ ਨੂੰ ਕਿੱਲੇ ਨਾਲ ਬੰਨ੍ਹ ਦਿੱਤਾ ਤੇ ਆਪ ਪਾਣੀ ਦਾ ਘੜਾ ਲੈਣ ਚਲੀ ਗਈ। ਜਦ 2 ਘੜੀਆਂ ਬੀਤ ਗਈਆਂ ਤੇ ਗੁਰੂ ਜੀ ਨੇ ਕਿਹਾ ਕਿ ਭਾਈ ਬਾਲਾ, ਮਰਦਾਨਾ ਵਾਪਸ ਨਹੀਂ ਆਇਆ, ਵਿਚਾਰਾ ਕਿਤੇ ਫਸ ਹੀ ਨਾ ਗਿਆ ਹੋਵੇ। ਇਹ ਗੱਲ ਕਰਕੇ ਗੁਰੂ ਜੀ ਮਰਦਾਨੇ ਦਾ ਪਤਾ ਕਰਨ ਨਗਰ ਨੂੰ ਤੁਰ ਪਏ ਤਾਂ ਅੱਗੋਂ ਉਹੀ ਇਸਤਰੀ ਪਾਣੀ ਦਾ ਘੜਾ ਲੈਣ ਆਈ, ਮਿਲ ਪਈ। ਗੁਰੂ ਜੀ ਨੇ ਉਸ ਨੂੰ ਪੁੱਛਿਆ, ਸਾਡਾ ਇੱਕ ਆਦਮੀ ਨਗਰ ਵਿੱਚ ਪਾਣੀ ਪੀਣ ਗਿਆ ਸੀ ਤੇ ਵਾਪਸ ਨਹੀਂ ਆਇਆ, ਤੈਨੂੰ ਉਸ ਦਾ ਕੁਝ ਪਤਾ ਹੋਵੇ ਤਾਂ ਦੱਸ। ਉਸਨੇ ਕਿਹਾ, ਮੈਨੂੰ ਤੁਹਾਡੇ ਆਦਮੀ ਦਾ ਕੁਝ ਪਤਾ ਨਹੀਂ ਹੈ। ਗੁਰੂ ਜੀ ਨੇ ਕਿਹਾ, ਤੇਰੇ ਘਰ ਹੀ ਦੱਸ ਪੈਂਦੀ ਹੈ। ਜਦੋਂ ਉਸਨੇ ਅੱਗੋਂ ਕਿਹਾ ਕਿ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਅੰਦਰ ਵੜ ਕੇ ਵੇਖ ਲਵੋ, ਅਸਾਂ ਕਿਸੇ ਨੂੰ ਅੰਦਰ ਨਹੀਂ ਲੁਕਾਇਆ ਹੋਇਆ। ਤਦ ਸਤਿਗੁਰੂ ਜੀ ਨੇ ਉਸ ਚੰਚਲਹਾਰੀ ਨਾਰੀ ਦੇ ਪਰਥਾਏ ਇੱਕ ਸ਼ਲੋਕ ਉਚਾਰਨ ਕੀਤਾ, ਜੋ ਸ਼ਲੋਕ ਸੀਗਾ, ਕਲਰ ਕੀ ਵਣਜਾਰੀਆਂ ਝੁੰਗੇ ਮੁਸਕ ਮੰਗੇਨ, ਅਮਲਾਂ ਬੱਜ ਨਾਨਕਾ ਕਿਉਂ ਕਰ ਕੰਤ ਮਿਲੇਨ। ਗੁਰੂ ਜੀ ਦੇ ਇਹ ਬਚਨ ਕਹਿਣ ਨਾਲ ਉਸ ਇਸਤਰੀ ਦੇ ਸਿਰ ਉਤਲਾ ਘੜਾ ਉਸ ਦੇ ਸਿਰ ਦੇ ਨਾਲ ਹੀ ਜੁੜ ਗਿਆ। ਜਦ ਮਰਦਾਨਾ ਗੁਰੂ ਜੀ ਨੂੰ ਵੇਖ ਕੇ ਭੈਂ ਭੈਂ ਕਰਨ ਲੱਗਾ ਤਾਂ ਗੁਰੂ ਜੀ ਨੇ ਸਤਨਾਮ ਵਾਹਿਗੁਰੂ ਦਾ ਉਚਾਰਨ ਕੀਤਾ, ਜਿਸ ਨਾਲ ਮਰਦਾਨੇ ਦੇ ਗਲ ਵਿੱਚੋਂ ਧਾਗਾ ਟੁੱਟ ਗਿਆ ਤੇ ਉਹ ਆਪਣੇ ਅਸਲੀ ਮਨੁੱਖੀ ਰੂਪ ਵਿੱਚ ਹੋ ਗਿਆ। ਜਦ ਉਧਰ ਇਸਤਰੀ ਦੇ ਸਿਰ ਨਾਲ ਜੁੜਿਆ ਹੋਇਆ ਘੜਾ ਕਿਸੇ ਤਰ੍ਹਾਂ ਵੀ ਨਾ ਲੱਥੇ ਤਾਂ ਨਗਰ ਵਿੱਚ ਸਾਰੇ ਰੌਲਾ ਪੈ ਗਿਆ ਤੇ ਹੈਰਾਨਗੀ ਛਾ ਗਈ। ਸਭ ਜਾਦੂ ਟੂਣੇ ਤੇ ਮੰਤਰ ਜੰਤਰ ਕਰਕੇ ਟੂਣੇਹਾਰ ਇਸਤਰੀਆਂ ਹਾਰ ਗਈਆਂ ਤਾਂ ਉਹਨਾਂ ਦੀ ਸਰਦਾਰਨੀ ਨੂਰ ਸ਼ਾਹ ਆਪ ਚੱਲ ਕੇ ਆਈ। ਨੂਰ ਸ਼ਾਹ ਨੇ ਵੀ ਆਪਣਾ ਜਾਦੂ ਟੂਣੇ ਦਾ ਬਹੁਤ ਜ਼ੋਰ ਲਾਇਆ, ਪਰ ਘੜਾ ਸਿਰ ਨਾਲੋਂ ਫਿਰ ਵੀ ਨਾ ਲੱਥਾ। ਤਦ ਘੜੇ ਵਾਲੀ ਨੇ ਆਖਿਆ ਕਿ ਇਸ ਸੰਤ ਦੀ ਸ਼ਰਨ ਪੈ ਕੇ ਮਾਫੀ ਮੰਗੋ, ਇਹ ਬੜੀ ਕਰਨੀ ਵਾਲੇ ਜਾਪਦੇ ਹਨ, ਇਹਨਾਂ ਅੱਗੇ ਸਾਡੀ ਹੋਰ ਕੋਈ ਪੇਸ਼ ਨਹੀਂ ਜਾਣੀ। ਤਦ ਸਾਰੀਆਂ ਟੂਣੇਹਾਰੀਆਂ ਇਕੱਠੀਆਂ ਹੋ ਕੇ ਗੁਰੂ ਜੀ ਦੀ ਸ਼ਰਨ ਆਈਆਂ। ਉਹਨਾਂ ਨੂੰ ਵੇਖ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਜਿਸ ਦਾ ਅਰਥ ਸੀ ਕਿ ਮੈਂ ਚੰਗੇ ਲੱਛਣਾਂ ਵਾਲੀ ਨਹੀਂ ਹਾਂ, ਮੇਰੇ ਵਿੱਚ ਬਹੁਤ ਦੋਸ਼ ਹਨ, ਫਿਰ ਮੈਂ ਪਤੀ ਨੂੰ ਕਿਸ ਤਰ੍ਹਾਂ ਪਾਵਾਂ? ਮੇਰੇ ਨਾਲੋਂ ਸਾਰੀਆਂ ਵੱਧ ਤੋਂ ਵੱਧ ਚੰਗੀਆਂ ਹਨ, ਮੈਨੂੰ ਕੋਈ ਵੀ ਨਹੀਂ ਜਾਣਦਾ, ਮੈਂ ਕਿਸੇ ਦੇ ਸਿਰ ਤੇ ਦੋਸ਼ ਲਾਵਾਂ, ਮੇਰੇ ਵਿੱਚ ਉਹ ਗੁਣ ਨਹੀਂ ਜਿਹੜੇ ਚੰਗੀਆਂ ਇਸਤਰੀਆਂ ਵਿੱਚ ਹਨ। ਹੇ ਪਿਆਰੇ, ਮੈਂ ਤੇਰੇ ਕਿਹੜੇ ਗੁਣਾਂ ਦਾ ਵਰਣਨ ਕਰਾਂ ਅਤੇ ਤੇਰੇ ਕਿਹੜੇ ਸੋਹਣੇ ਸੋਹਣੇ ਨਾਮ ਆਖਾਂ? ਤੂੰ ਮੈਨੂੰ ਸੋਨਾ, ਚਾਂਦੀ, ਮੋਤੀ ਤੇ ਮੰਦਰ ਆਦਿਕ ਬਹੁਮੁੱਲੀਆਂ ਵਸਤੂ ਦਿੱਤੀਆਂ ਹਨ, ਉਹਨਾਂ ਵਿੱਚ ਲੱਗ ਕੇ ਮੈਂ ਤੈਨੂੰ ਭੁਲਾ ਬੈਠੀ ਹਾਂ। ਸਿਰ ਦੇ ਕਾਲੇ ਵਾਲ ਚਿੱਟੇ ਹੋ ਗਏ। ਜੀਵ ਰੂਪੀ ਇਸਤਰੀ ਅੱਗੇ ਜਾ ਕੇ ਕਿਹੜਾ ਮੂੰਹ ਦੇਵੇਗੀ, ਕਿਉਂਕਿ ਉਸ ਨੂੰ ਸੰਸਾਰ ਦੇ ਧੰਦਿਆਂ ਵਿੱਚ ਹੀ ਅੰਤ ਸਮਾਂ ਆ ਗਿਆ, ਉਹ ਸੱਚਾ ਮਾਰਗ ਭੁੱਲੀ ਹੀ ਰਹੀ। ਹੇ ਸੁਆਮੀ, ਮੈਂ ਤੇਰੇ ਨਾਲੋਂ ਭੁੱਲ ਕੇ ਦੁੱਖ ਸਹੇੜ ਲਏ, ਤੂੰ ਸਰਬ ਗੁਣਾਂ ਦਾ ਮਾਲਕ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੈਨੂੰ ਵੀ ਆਪਣੇ ਮਿਲਾਪ ਦਾ ਆਨੰਦ ਬਖਸ਼ੋ। ਨੂਰ ਸ਼ਾਹ ਨੇ ਇਹ ਉਪਦੇਸ਼ ਸੁਣ ਕੇ ਗੁਰੂ ਜੀ ਅੱਗੇ ਸਿਰ ਝੁਕਾਇਆ ਅਤੇ ਬੇਨਤੀ ਕੀਤੀ ਕਿ ਇਸਤਰੀ ਨੇ ਬੜੀ ਭੁੱਲ ਕੀਤੀ ਹੈ, ਅੱਗੇ ਤੋਂ ਐਸਾ ਕੰਮ ਨਹੀਂ ਹੋਵੇਗਾ, ਹੁਣ ਕਿਰਪਾ ਕਰਕੇ ਬਖਸ਼ ਦਿਓ। ਗੁਰੂ ਜੀ ਨੇ ਬਚਨ ਕੀਤਾ ਕਿ ਸਤਨਾਮ ਆਖ ਕੇ ਇਸ ਦੇ ਸਿਰ ਤੋਂ ਘੜਾ ਲਾ ਲਵੋ। ਤਦ ਇੱਕ ਇਸਤਰੀ ਨੇ ਉੱਠ ਕੇ ਸਤਨਾਮ ਆਖ ਕੇ ਘੜਾ ਲਾ ਦਿੱਤਾ, ਜਿਸ ਨਾਲ ਸਭ ਜਾਦੂਗਰਨੀਆਂ ਬੜੀਆਂ ਹੈਰਾਨ ਹੋਈਆਂ। ਫਿਰ ਉਹਨਾਂ ਨੇ ਮੋਤੀ, ਹੀਰੇ ਤੇ ਸੁੰਦਰ ਬਸਤਰ ਗੁਰੂ ਜੀ ਦੇ ਭੇਂਟ ਕਰਕੇ ਆਖਿਆ ਕਿ ਅਸੀਂ ਗੁਨਾਹਗਾਰ ਹਾਂ, ਸਾਨੂੰ ਬਖਸ਼ ਦਿਓ। ਇਸ ਤਰ੍ਹਾਂ ਦੀਨ ਵੇਖ ਕੇ ਗੁਰੂ ਜੀ ਨੇ ਇੱਕ ਹੋਰ ਸ਼ਬਦ ਦਾ ਉਚਾਰਨ ਕੀਤਾ ਸੀ, ਜਿਸ ਦਾ ਅਰਥ ਸੀ ਕਿ ਤੁਸੀਂ ਗੱਲਾਂ ਕਰਨ ਵਿੱਚ ਤਾਂ ਚੰਗੀਆਂ ਹੋ, ਪਰ ਕੰਮਾਂ ਕਰਕੇ ਭੈੜੀਆਂ ਤੇ ਮਨ ਤੋਂ ਤੁਸੀਂ ਕਾਲੀਆਂ ਹੋ ਤੇ ਬਾਹਰੋਂ ਚਿੱਟੀਆਂ। ਤੁਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹੋ ਜਿਹੜੀਆਂ ਸਦਾ ਆਪਣੇ ਮਾਲਕ ਦੀਆਂ ਸੇਵਾ ਕਰਦੀਆਂ ਹਨ, ਉਹ ਆਪਣੇ ਮਾਲਕ ਦਾ ਸੁੱਖ ਮਾਣਦੀਆਂ ਹਨ ਅਤੇ ਫਿਰ ਸਦਾ ਨਿਮਾਣੀਆਂ ਹੋ ਕੇ ਰਹਿੰਦੀਆਂ ਹਨ। ਜੇ ਤੁਸੀਂ ਵੀ ਉਹਨਾਂ ਦੀ ਸੰਗਤ ਕਰ ਲਵੋ ਤਾਂ ਤੁਹਾਡਾ ਜਨਮ ਵੀ ਸਫਲਾ ਹੋ ਜਾਵੇ। ਗੁਰੂ ਜੀ ਦਾ ਇਹ ਪ੍ਰਭਾਵਸ਼ਾਲੀ ਉਪਦੇਸ਼ ਸੁਣ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਵੀ ਆਪਣੀ ਸਿੱਖੀ ਬਖਸ਼ੋ। ਗੁਰੂ ਜੀ ਨੇ ਉਹਨਾਂ ਨੂੰ ਪੌਲ ਦੇ ਕੇ ਸਿੱਖੀ ਬਖਸ਼ੀ ਸੀ ਅਤੇ ਨਿਤ ਸੰਗਤ ਕਰਨ ਵਾਸਤੇ ਧਰਮਸ਼ਾਲਾ ਬਣਵਾਈ ਅਤੇ ਆਖਿਆ ਕਿ ਅੱਗੇ ਤੋਂ ਜੋ ਸਿੱਖ ਸੰਤ ਆਵੇ ਉਸ ਦੀ ਸੇਵਾ ਕਰਨੀ ਅਤੇ ਸਤਨਾਮ ਦਾ ਜਾਪ ਨਿਤ ਜਪਣਾ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।